सतनाम वाहिगुरु। 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 वाहिगुरु जी का खालसा, वाहिगुरु जी की फतेह। गुरु रूप गुरु प्यारी साध संगत जी, आप जी ਨੂੰ ਕੱਲ੍ਹ ਦਾ ਇਹ ਸੂਚਿਤ ਕੀਤਾ ਗਿਆ ਸੀ, ਤੁਹਾਨੂੰ ਬੇਨਤੀ ਕੀਤੀ ਗਈ ਸੀ, ਸੰਗਤ ਦੇ ਸੁਝਾਅ ਮੰਗੇ ਗਏ ਸੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਰੋਜ਼ ਇੱਕ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਕਰਿਆ ਕਰਾਂਗੇ। ਸੋ ਜਿਹੜੀ ਆਪਾਂ ਆਰੰਭਤਾ ਕਰ ਰਹੇ ਹਾਂ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਜਿਹੜੀ ਆਪਾਂ ਵਿਚਾਰ ਆਰੰਭ ਕਰਨੀ ਹੈ ਜੀ ਸਾਰੀਆਂ ਸੰਗਤਾਂ ਨਾਲ, ਹਾਂਜੀ ਅੱਜ ਤੋਂ ਕਥਾ ਸ਼ੁਰੂ ਹੋ ਰਹੀ ਹੈ ਜੀ। 40 ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ 15 ਭਗਤ ਸਾਹਿਬਾਨਾਂ ਦੇ ਵਿੱਚੋਂ ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੁਸ਼ ਬੁੱਧੀ ਨਾਲ ਜਿੰਨੀ ਕੁ ਮਹਾਰਾਜ ਜੀ ਸੋਝੀ ਦੇ ਰਹੇ ਨੇ ਉਸ ਹਿਸਾਬ ਦੇ ਨਾਲ ਆਪਾਂ ਮਹਾਰਾਜ ਸੇਵਾ ਲੈ ਕੇ ਕਥਾ ਕਰਵਾ ਲੈਣ। ਅਤੇ ਤੁਹਾਡਾ ਸੰਗਤ ਦਾ ਇਹ ਫਰਜ਼ ਹੈ ਕਿ ਇਸ ਗੁਰਬਾਣੀ ਦੀ ਕਥਾ ਨੂੰ, ਗੁਰਬਾਣੀ ਦੇ ਸ਼ਬਦ ਨੂੰ ਅੱਗੇ ਵੀਡੀਓ ਨੂੰ ਸਾਰੀਆਂ ਸੰਗਤਾਂ ਨਾਲ ਸ਼ੇਅਰ ਕਰੋ। ਕੱਲ੍ਹ ਵੀ ਆਪਾਂ ਬਹੁਤ ਵਿਚਾਰਾਂ ਕੀਤੀਆਂ ਸੀ, ਮੈਂ ਉਹਨਾਂ ਵਿਚਾਰਾਂ ਨੂੰ ਦੁਬਾਰਾ ਰਿਪੀਟ ਨਹੀਂ ਕਰਨੀਆਂ ਚਾਹੁੰਦਾ ਕਿ ਕੋਈ ਗਾਣਿਆਂ ਦੀ, ਕੋਈ ਗਾਲਾਂ ਦੀ ਵੀਡੀਓ ਹੋਵੇ ਤਾਂ ਅਸੀਂ ਬਹੁਤ ਛੇਤੀ ਉਹਨੂੰ ਅੱਗੇ ਤੋਂ ਅੱਗੇ ਭੇਜਦੇ ਹਾਂ। ਅਤੇ ਮੈਂ ਤੁਹਾਡੇ ਕੋਲੋਂ ਆਸ ਰੱਖਦਾ ਕਿ ਤੁਸੀਂ ਗੁਰਬਾਣੀ ਦੀ ਕਥਾ, ਇਸ ਲਾਈਵ ਨੂੰ, ਇਸ ਵੀਡੀਓ ਨੂੰ ਸਾਰਿਆਂ ਨਾਲ ਸਾਂਝਾ ਕਰੋਗੇ ਤਾਂ ਜੋ ਗੁਰਬਾਣੀ ਦਾ ਜਿਹੜਾ ਗਿਆਨ ਹੈ, ਗੁਰਬਾਣੀ ਦੇ ਜਿਹੜੇ ਸ਼ਬਦਾਂ ਦੀ ਕਥਾ ਹੈ ਉਹ ਤੁਹਾਡੇ ਸਾਡੇ ਤੱਕ, ਸਾਰਿਆਂ ਤੱਕ ਗੁਰੂ ਸਾਹਿਬ ਕਿਰਪਾ ਕਰਕੇ ਪਹੁੰਚਾ ਦੇਣ। 8:30 ਦਾ ਆਪਾਂ ਸਮਾਂ ਰੱਖਿਆ ਰੋਜ਼ ਦਾ। ਅੱਜ ਪਹਿਲੇ ਦਿਨ ਪਹਿਲੇ ਸ਼ਬਦ ਦੀ ਕਥਾ 40 ਸ਼ਬਦਾਂ ਦੇ ਵਿੱਚੋਂ ਜਿਹੜੇ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ, ਰਵਿਦਾਸ ਜੀ ਉਹ ਮਹਾਰਾਜ ਜੀ ਕੇ, ਉਹ ਆਪਾਂ ਸਾਰਾ ਹੁਣ ਸਾਂਝਾ ਕਰਾਂਗੇ ਜੀ। ਅਤੇ ਸੰਗਤ ਨੂੰ ਮੈਂ ਬੇਨਤੀ ਕਰਦਾ ਜੀ, ਬਾਰ-ਬਾਰ ਨਹੀਂ ਕਹਾਂਗਾ, ਰੋਜ਼ਾਨਾ ਰਾਤ ਨੂੰ 8:30 ਵਜੇ ਇਹ ਰੋਜ਼ ਇੱਕ ਸ਼ਬਦ ਦੀ ਕਥਾ ਆਪਾਂ ਰਲ ਮਿਲ ਕੇ ਕਰਿਆ ਕਰਾਂਗੇ। ਅਤੇ ਜਿਸ ਦਿਨ ਕਿਤੇ ਅਸੀਂ ਬਾਹਰ ਦੀਵਾਨ 'ਤੇ ਹੋਈਏ, ਕਿਸੇ ਦਿਨ ਅਸੀਂ ਕਿਤੇ ਸਮਾਗਮ 'ਤੇ ਹੋਈਏ, ਕਿਸੇ ਰੁਝੇਵੇਂ 'ਚ ਹੋਈਏ, ਅਤੇ ਆਪ ਜੀ ਨੂੰ ਇਸੇ ਪੇਜ ਰਾਹੀਂ ਪੋਸਟ ਪਾ ਕੇ ਸ਼ਾਮ ਨੂੰ 5 ਵਜੇ ਤੋਂ ਬਾਅਦ ਦੱਸ ਦਿੱਤਾ ਜਾਇਆ ਕਰੂਗਾ ਵੀ ਅੱਜ ਜਿਹੜਾ ਲਾਈਵ ਹੈ ਉਹ ਨਹੀਂ ਹੋਵਾਂਗੇ। ਸੋ ਆਓ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਆਪ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਗੁਰਬਾਣੀ ਦੇ ਸ਼ਬਦ ਦੀ ਕਥਾ ਦੀ ਸੇਵਾ ਲੈ ਲੈਣ।
ਤੇ ਮੇਰੇ ਕੋਲ ਪੋਥੀ ਸਾਹਿਬ ਹੈ ਜੀ ਗੁਰਬਾਣੀ ਦੀ। ਉਸ ਪੋਥੀ ਸਾਹਿਬ ਤੋਂ ਮੈਂ ਦੇਖ ਕੇ ਬਚਨ ਪੜ੍ਹੂੰਗਾ। ਉਹਦਾ ਕਾਰਨ ਹੈ ਵੀ ਤੁਹਾਡੇ ਬੋਲਣ ਦੇ ਵਿੱਚ ਕੋਈ ਲਗਾ ਮਾਤਰ, ਕੋਈ ਗੁਰਬਾਣੀ ਦੀ ਕੋਸ਼ਿਸ਼ ਕਰਾਂਗੇ ਵੀ ਕੋਈ ਗਲਤੀ ਸੂਖਸ਼ਮ ਤੋਂ ਸੂਖਸ਼ਮ ਵੀ ਜਿਹੜੀ ਵੀ ਉਹ ਮਹਾਰਾਜ ਦੀ ਬਾਣੀ ਦੇ ਵਿੱਚੋਂ ਪੜ੍ਹਦਿਆਂ ਤੋਂ ਜਾਪ ਕਰਦਿਆਂ ਤੋਂ ਕੋਈ ਲਗ ਮਾਤਰ ਰਹਿ ਨਾ ਜਾਵੇ। ਇਸ ਕਰਕੇ ਮੈਂ ਪੋਥੀ ਸਾਹਿਬ ਤੋਂ ਦੇਖ ਕੇ ਗੁਰਬਾਣੀ ਦਾ ਸ਼ਬਦ ਪੜ੍ਹਾਂਗਾ ਔਰ ਨਾਲ ਨਾਲ ਜਿੰਨੀ ਕੁ ਬੁੱਧੀ ਮਹਾਰਾਜ ਨੇ ਦਿੱਤੀ ਹੈ ਉਹ ਕਥਾ ਕਰਾਂਗੇ। ਅੱਜ ਦਾ ਜਿਹੜਾ ਸ਼ਬਦ ਹੈ ਸਤਿਕਾਰਯੋਗ ਭਗਤ ਰਵਿਦਾਸ ਜੀ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ 93 ਅੰਗ ਦੇ ਉੱਤੇ ਸੁਭਾਇਮਾਨ ਇਹ ਸ਼ਬਦ ਹੈ। ਸ੍ਰੀ ਰਾਗ ਦੇ ਅੰਦਰ 93 ਅੰਗ ਦੇ ਉੱਤੇ ਰਵਿਦਾਸ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ, ਜਿਹਦੀ ਅੱਜ ਪਹਿਲੇ ਦਿਨ ਆਪਾਂ ਕਥਾ ਜਿਹੜੀ ਹੈ ਰਲ ਮਿਲ ਕੇ ਕਰਨੀ ਹੈ। ਕੀ ਬਚਨ ਨੇ ਜੀ? ਪਹਿਲਾਂ ਆਪਾਂ ਸਾਰਾ ਸ਼ਬਦ ਪੜ੍ਹਾਂਗੇ, ਸ਼ਬਦ ਤੋਂ ਬਾਅਦ ਫਿਰ ਆਪਾਂ ਇੱਕ ਇੱਕ ਪੰਕਤੀ ਦੀ ਜਿਹੜੀ ਕਥਾ ਆ ਉਹ ਨਾਲ ਨਾਲ ਕਰਦੇ ਜਾਵਾਂਗੇ ਜੀ। ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੰਤਾ ਰਹਾਉ, ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ, ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੋ। ਪਹਿਲਾ ਸ਼ਬਦ ਹੈ ਜਿਸ ਸ਼ਬਦ ਦੀ ਆਪਾਂ ਕਥਾ ਕਰ ਰਹੇ ਹਾਂ। ਪਾਵਨ ਬਾਣੀ ਦੇ ਵਿੱਚ ਗੁਰਬਾਣੀ ਦਾ ਫਰਮਾਨ ਹੈ, ਭਗਤ ਸਤਿਗੁਰ ਰਵਿਦਾਸ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੰਬੋਧਨ ਕਰਦੇ ਨੇ ਪ੍ਰਮਾਤਮਾ, ਹੇ ਮੇਰੇ ਪ੍ਰਭੂ, ਹੇ ਮੇਰੇ ਅਕਾਲ ਪੁਰਖ, ਹੇ ਮੇਰੇ ਦੀਨਾ ਬੰਧੂ, ਦੀਨ ਦਿਆਲ ਸਤਿਗੁਰੂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੂੰ ਹੀ ਮੈਂ ਆ ਤੇ ਮੈਂ ਹੀ ਤੂੰ ਆ। ਤੇਰੇ ਤਾਂ ਮੇਰੇ ਵਿੱਚ ਕਿੰਨਾ ਕੁ ਅੰਤਰ ਹੈ, ਤੇਰੇ ਤਾਂ ਮੇਰੇ ਵਿੱਚ ਕਿੰਨਾ ਕੁ ਭੇਦ ਹੈ, ਤੇਰੇ ਤੇ ਮੇਰੇ ਵਿੱਚ ਕਿੰਨਾ ਕੁ ਫਰਕ ਹੈ। ਤੇਰੇ ਤੇ ਮੇਰੇ ਵਿਚਕਾਰ ਕੋਈ ਫਰਕ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਤੇ ਮੇਰੇ ਵਿੱਚ ਕਿੰਨਾ ਕੁ ਅੰਤਰ ਹੈ। ਫਿਰ ਅੱਗੇ ਬਚਨ ਕਰਦੇ ਨੇ, ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਫਰਕ ਇੱਦਾਂ ਹੈ ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਹੋਏ ਗਹਿਣੇ 'ਚ ਹੁੰਦਾ। ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ ਹੈ, ਇੱਦਾਂ ਹੀ ਪ੍ਰਾਣੀ ਤੇ ਪਰਮਾਤਮਾ ਹੈ। ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਓ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਐ ਮੇਰੇ ਅਕਾਲ ਪੁਰਖ, ਹੈ ਮੇਰੇ ਪਰਮਾਤਮਾ, ਤੇਰੇ ਤਾਂ ਮੇਰੇ 'ਚ, ਮੇਰੇ ਤੇ ਤੇਰੇ 'ਚ ਕਿੰਨਾ ਕੁ ਫਰਕ ਹੈ। ਤੇਰੇ ਤੇ ਮੇਰੇ ਅੰਦਰ, ਮੇਰੇ 'ਚ ਤਾਂ ਤੇਰੇ 'ਚ, ਕਿਉਂਕਿ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਾਡੇ ਅੰਦਰ ਮੈਂ ਉਨਾ ਚਿਰ ਹੈ ਜਿੰਨਾ ਚਿਰ ਤੂੰ ਨਹੀਂ ਹੈ। ਜਦੋਂ ਸਾਡੇ ਅੰਦਰ ਤੂੰ ਆ ਜਾਏਗੀ ਵੀ ਤੂੰ ਹੀ ਤੂੰ, ਜਦੋਂ ਸਾਡੇ ਅੰਦਰ ਇਹ ਭਾਵਨਾ ਆ ਜੂਗੀ ਵੀ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਮਹਾਰਾਜ ਜੀ ਤੂੰ ਸਾਰੀਆਂ ਜਗ੍ਹਾ ਤੇ ਹੀ ਹੈ, ਜਿੱਥੇ ਵੀ ਮੈਂ ਦੇਖਾਂ ਤੁਹਾਡੇ ਦਰਸ਼ਨ ਹੁੰਦੇ ਨੇ। ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ,
ਘਟ ਘਟ ਦੇ ਵਿੱਚ, ਜर्रे जर्रे ਦੇ ਵਿੱਚ, ਪੱਤੇ ਪੱਤੇ ਦੇ ਵਿੱਚ ਤੇਰਾ ਵਾਸਾ ਹੈ। ਇਸੇ ਤਰ੍ਹਾਂ ਜਿੰਨਾ ਚਿਰ ਬੰਦੇ ਦੇ ਅੰਦਰ ਮੈਂ ਹੈ, ਮੇਰੀ ਹੈ, ਉਨਾ ਚਿਰ ਉਹਦੇ ਅੰਦਰ ਤੂੰ ਨਹੀਂ ਆਊਗੀ ਵੀ ਪ੍ਰਮਾਤਮਾ ਤੂੰ ਹੀ ਹੈ। ਜਦੋਂ ਸਾਡੇ ਅੰਦਰੋਂ ਮੈਂ ਖਤਮ ਹੋਏਗੀ ਫਿਰ ਤੂੰ ਹੋਏਗੀ। ਆਪਾਂ ਇੱਕ ਉਦਾਹਰਨ ਨਹੀਂ ਲੈਂਦੇ, ਕਈ ਵਾਰੀ ਪ੍ਰਚਾਰਕ ਉਦਾਹਰਨ ਦਿੰਦੇ ਆ ਵੀ ਬੱਕਰਾ ਜਿੰਨਾ ਚਿਰ ਜੀਂਦਾ ਉਹ ਮੈਂ ਕਰਦਾ ਨਾ, ਤੇ ਜਦੋਂ ਮਰ ਜਾਂਦਾ ਉਹਦੀਆਂ ਨਾੜਾਂ ਨੂੰ ਵੱਟ ਕੇ ਸਰੰਗੀ ਦੀ ਤਾਰ ਬਣਾਈ ਜਾਂਦੀ ਆ। ਉਹ ਸਰੰਗੀ ਦੀ ਤਾਰ ਫਿਰ ਕਹਿੰਦੀ ਹੈ ਤੂੰ, ਭਾਵ ਆਪਣਾ ਆਪ ਮਰਿਆ ਤੇ ਫਿਰ ਤੂੰ ਕਹਿਣ ਲੱਗਾ। ਇਸੇ ਤਰ੍ਹਾਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਪਰਮਾਤਮਾ ਤੇਰੇ ਤੇ ਮੇਰੇ 'ਚ, ਮੇਰੇ ਤੇ ਤੇਰੇ 'ਚ ਕਿੰਨਾ ਕੁ ਅੰਤਰ ਹੈ, ਕਿੰਨਾ ਕੁ ਅੰਤਰ ਹੈ ਤੇਰਾ ਤੇ ਮੇਰਾ। ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨੇ ਤੇ ਸੋਨੇ ਦੇ ਬਣਾਏ ਹੋਏ ਗਹਿਣੇ 'ਚ ਜਿੰਨਾ ਕੁ ਫਰਕ ਹੈ, ਪਾਣੀ ਤੇ ਪਾਣੀ ਦੇ ਉੱਤੇ ਉੱਠਣ ਵਾਲੀਆਂ ਲਹਿਰਾਂ ਦੇ ਵਿੱਚ ਜਿੰਨਾ ਕੁ ਫਰਕ ਹੈ, ਉਨਾ ਕੀ ਫਰਕ ਹੈ। ਹੁੰਦੀਆਂ ਤਾਂ ਲਹਿਰਾਂ ਵੀ ਪਾਣੀ ਹੈ, ਉਹ ਦੀਦੀਆਂ ਵੱਖਰੀਆਂ ਨੇ ਪਰ ਹੁੰਦਾ ਪਾਣੀ ਹੈ। ਸੋਨੇ ਦਾ ਗਹਿਣਾ ਦਿਸਦਾ ਜ਼ਰੂਰ ਵੱਖਰਾ ਹੈ, ਸੋਨਾ ਉੱਦਾਂ ਪਿਆ ਹੋਵੇ ਤੇ ਗਹਿਣਾ ਬਣਿਆ ਪਿਆ ਹੋਵੇ, ਦਿਸਦਾ ਜ਼ਰੂਰ ਵੱਖਰਾ ਹੈ ਪਰ ਰੂਪ ਉਹੀ ਹੈ। ਇੱਦਾਂ ਹੀ ਇਨਸਾਨ, ਆਦਮੀ, ਮਨੁੱਖ ਉਹ ਪਰਮਾਤਮਾ ਦੀ ਜੋਤ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਤੂ ਜਗ ਮੈਂ ਆਇਆ। ਉਹ ਜੋਤ ਭੇਜਦਾ ਰੱਖ ਕੇ ਆਪਣੇ ਵਾਲੀ, ਮਨ ਤੂੰ ਜੋਤ ਸਰੂਪ ਹੈ। ਪਰਮਾਤਮਾ ਤੇ ਪਰਮਾਤਮਾ ਦੇ ਬਣਾਏ ਇਨਸਾਨ ਦੇ ਵਿੱਚ ਸਿਰਫ ਇੰਨਾ ਕੁ ਫਰਕ ਹੈ ਜਿਵੇਂ ਪਾਣੀ ਤੇ ਪਾਣੀ ਦੇ ਉੱਤੇ ਉੱਠਣ ਵਾਲੀਆਂ ਲਹਿਰਾਂ ਦੇ ਵਿੱਚ ਫਰਕ ਹੈ। ਸੋ ਪਹਿਲੀ ਪੰਕਤੀ 'ਚ ਮਹਾਰਾਜ ਇਹ ਸਮਝਾ ਰਹੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ। ਇਵੇਂ ਹੀ ਪ੍ਰਾਣੀ ਪਰਮਾਤਮਾ ਹੈ। ਆਪਾਂ ਉਹ ਵਿਚਾਰ ਕੀਤੀ ਆ ਵੀ ਜਿਵੇਂ ਪਾਣੀ ਤੇ ਲਹਿਰ ਹੈ, ਸੋਨਾ ਤੇ ਸੋਨੇ ਦਾ ਗਹਿਣਾ ਹੈ, ਇੰਨਾ ਕਿ ਪਰਮਾਤਮਾ ਤੇ ਪ੍ਰਾਣੀ ਦੇ ਵਿੱਚ ਫਰਕ ਹੈ। ਹਾਂਜੀ, ਹੇ ਅਨੰਤਾ ਪਰਮੇਸ਼ਰ, ਹੇ ਮੇਰੇ ਅਕਾਲ ਪੁਰਖ, ਜੇਕਰ ਮੈਂ ਪਾਪ ਨਾ ਕਰਦਾ ਤਾਂ ਤੇਰਾ ਪਤਿਤ ਪਾਵਨ ਨਾਮ ਕਿਵੇਂ ਹੁੰਦਾ। ਹੁਣ ਇਹ ਗੱਲ ਬੜੀ ਬਰੀਕੀ ਨਾਲ ਸਮਝਿਓ ਜੀ। ਜੇ ਇੱਥੇ ਬਚਨ ਕਰ ਰਹੇ ਨੇ ਰਵਿਦਾਸ ਜੀ ਮਹਾਰਾਜ, ਕਹਿੰਦੇ ਜੇ ਮੈਂ ਪਾਪ ਨਾ ਕਰਦਾ ਹੁੰਦਾ ਤੇ ਫਿਰ ਮੇਰੇ ਪਾਪੀ ਨੂੰ ਤਾਰਨ ਨੂੰ ਤੇਰਾ ਨਾਮ ਕੌਣ ਜਪਦਾ। ਪਾਪਾਂ ਤੋਂ ਹਟਾਉਂਦਾ ਹੈ ਨਾ ਨਾਮ ਪਰਮਾਤਮਾ ਦਾ। ਕੁਸੰਗਤ ਚੋਂ ਨਿਕਲ ਕੇ ਜਦੋਂ ਬੰਦਾ ਸਤ ਸੰਗਤ ਵਿੱਚ ਜਾਂਦਾ ਹੈ ਫਿਰ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਦੋ ਪਹਿਲੂ ਹੁੰਦੇ ਨੇ, ਝੂਠ ਦੇ ਨਾਲ ਸੱਚ ਦੀ ਕਦਰ ਹੈ। ਸੱਚ ਨੂੰ ਤਾਂ ਹੀ ਕੋਈ ਕਦਰ ਕਰੂਗਾ ਜੇ ਝੂਠ ਹੋਊਗਾ। ਸਮਝਦੇ ਹੋ ਗੱਲ। ਰਾਤ ਹੈ ਤਾਂ ਦਿਨ ਦੀ ਕਦਰ ਹੈ, ਜੇ ਰਾਤ ਹੀ ਨਾ ਹੋਵੇ ਦਿਨ ਦੀ ਕਦਰ ਕੌਣ ਕਰੇ। ਝੂਠ ਹੈ ਤਾਂ ਸੱਚ ਦੀ ਕਦਰ ਹੈ, ਨਿੰਦਿਆ ਹੈ ਤਾਂ ਵਡਿਆਈ ਦੀ ਕਦਰ ਹੈ। ਦੋਨੇ ਚੀਜ਼ਾਂ ਬਰਾਬਰ ਚੱਲਦੀਆਂ ਨੇ, ਸਿੱਕੇ ਦੇ ਦੋਨੇ ਪਹਿਲੂ ਹੁੰਦੇ ਨੇ। ਜੇ ਹਨੇਰਾ ਹੈ ਤੇ ਲਾਈਟ ਹੈ, ਪਰ ਲਾਈਟ ਤੇ ਹਨੇਰੇ ਦੀ ਆਪਸ ਵਿੱਚ ਬਣਦੀ ਨਹੀਂ। ਜਿੱਥੇ ਲਾਈਟ ਹੈ ਉੱਥੇ ਹਨੇਰਾ ਨਹੀਂ ਹੈ, ਜਿੱਥੇ ਹਨੇਰਾ ਉੱਥੇ ਲਾਈਟ ਨਹੀਂ ਹੈ। ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ। ਇਸੇ ਤਰ੍ਹਾਂ ਜਿਸ ਇਨਸਾਨ ਦੇ ਅੰਦਰ ਮੈਂ ਹੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਜਾਂ ਤਾਂ ਬੰਦੇ ਦੇ ਮਨ 'ਚ ਹਉਮੈ ਰਹੂਗੀ, ਮੈਂ ਰਹੂਗਾ, ਜਾਂ ਫਿਰ ਪਰਮਾਤਮਾ ਦਾ ਨਾਮ ਰਹੂਗਾ। ਇਹ ਦੋਨੇ ਇਕੱਠੇ ਨਹੀਂ ਰਹਿ ਸਕਦੇ। ਜਿਵੇਂ ਚਾਨਣ ਤੇ ਹਨੇਰਾ ਇਕੱਠੇ ਨਹੀਂ ਨਾ ਰਹਿ ਸਕਦੇ, ਇੱਦਾਂ ਹੀ ਨਾਮ ਤੇ ਹੰਕਾਰ ਇੱਕੋ ਮਨ ਦੇ ਵਿੱਚ, ਇੱਕੋ ਬੰਦੇ ਦੇ ਅੰਦਰ ਨਹੀਂ ਰਹਿ ਸਕਦੇ। ਤੋ ਇੱਥੇ ਮਹਾਰਾਜ ਕਹਿ ਰਹੇ ਨੇ, ਜੋ ਪੈ ਹਮ ਨਾ ਪਾਪ ਕਰੰਤਾ। ਇਹ ਪਰਮਾਤਮਾ ਜੇ ਮੈਂ ਪਾਪ ਹੀ ਨਾ ਕਰਦਾ, ਜੇ ਮੈਂ ਪਾਪੀ ਨਾ ਹੁੰਦਾ, ਇਹ ਅਨੰਤਾ, ਇਹ ਮੇਰੇ ਪਰਮਾਤਮਾ, ਇਹ ਮੇਰੇ ਅਕਾਲ ਪੁਰਖ, ਜੇਕਰ ਮੈਂ ਪਾਪ ਨਾ ਕਰਦਾ ਤਾਂ ਤੇਰਾ ਪਤਿਤ ਪਾਵਨ ਨਾਮ ਕਿਵੇਂ ਹੁੰਦਾ। ਪਤਿਤ ਪਾਵਨ ਨਾਮ ਕੈਸੇ ਹੁੰਦਾ। ਦੁਬਾਰਾ ਪੰਕਤੀ ਸੁਣੋ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ।
ਜੇ ਮੈਂ ਪਾਪ ਹੀ ਨਾ ਕਰਦਾ, ਐ ਮੇਰੇ ਪਰਮੇਸ਼ਰ, ਐ ਮੇਰੇ ਅਕਾਲ ਪੁਰਖ, ਪਤਤ ਪਾਵਨ ਨਾਮ ਕੈਸੇ ਹੁੰਤਾ। ਜੇ ਮੈਂ ਪਾਪੀ ਨਾ ਹੁੰਦਾ ਤਾਂ ਤੈਨੂੰ ਤਾਰਨ ਵਾਲਾ ਕੌਣ ਕਹਿੰਦਾ। ਜੇ ਮੈਂ ਪਤਤ ਨਾ ਹੁੰਦਾ ਤਾਂ ਤੈਨੂੰ ਪਾਵਨ ਕੌਣ ਕਹਿੰਦਾ। ਸਮਝ ਰਹੇ ਹੋ ਨਾ। ਜੇ ਕੋਈ ਪਾਪੀ ਹੈ ਤਾਂ ਹੀ ਪਰਮਾਤਮਾ ਹੈ। ਤੋ ਮਹਾਰਾਜ ਇਹ ਗੱਲ ਕਹਿ ਰਹੇ ਨੇ, ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਇੱਥੋਂ ਅੱਗੇ ਬੇਨਤੀ ਬਚਨ ਕਰਦੇ ਨੇ, ਤੁਮ ਜੋ ਨਾਇਕ ਆਛੋ ਅੰਤਰਜਾਮੀ। ਹੇ ਅੰਤਰਜਾਮੀ ਪਰਮਾਤਮਾ, ਤੈਨੂੰ ਜਗਤ ਦਾ ਮਾਲਕ ਕਿਹਾ ਜਾਂਦਾ ਹੈ। ਇਹ ਮੇਰੇ ਅਕਾਲ ਪੁਰਖ, ਇਹ ਮੇਰੇ ਪਰਮਾਤਮਾ, ਮੇਰੇ ਪਰਮੇਸ਼ਰ, ਤੈਨੂੰ ਤੁਮ ਜੋ ਨਾਇਕ ਆਛੋ ਅੰਤਰਜਾਮੀ, ਇਹ ਅੰਤਰਜਾਮੀ ਪਰਮਾਤਮਾ, ਇਹ ਮੇਰੇ ਅਕਾਲ ਪੁਰਖ, ਤੈਨੂੰ ਜਗਤ ਦਾ ਸੰਸਾਰ ਦਾ ਮਾਲਕ ਕਿਹਾ ਜਾਂਦਾ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ। ਤੈਨੂੰ ਨਾਥ ਕਿਹਾ ਜਾਂਦਾ, ਤੈਨੂੰ ਪਰਮੇਸ਼ਰ ਕਿਹਾ ਜਾਂਦਾ। ਸ਼ੇਅਰ ਜ਼ਰੂਰ ਕਰੀ ਚੱਲਿਓ, ਹੋਰ ਸੰਗਤਾਂ ਜੁੜ ਸਕਣ ਤੁਹਾਡੇ ਨਾਲ। ਮੈਂ ਵਿੱਚ ਬੇਨਤੀ ਕਰਨੀ ਨਹੀਂ ਚਾਹੁੰਦਾ, ਪਰ ਫਿਰ ਵੀ ਮੈਂ ਆਪ ਜੀ ਨੂੰ ਇੱਕ ਵਾਰੀ ਯਾਦ ਕਰਾ ਦਿਆਂ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਹੇ ਅੰਤਰਜਾਮੀ ਪ੍ਰਭੂ, ਤੈਨੂੰ ਜਗਤ ਦਾ ਮਾਲਕ ਕਿਹਾ ਜਾਂਦਾ ਹੈ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਪ੍ਰਭੂ ਤੋਂ ਉਸ ਦੇ ਦਾਸ ਦੀ ਅਤੇ ਦਾਸ ਤੋਂ ਉਸ ਦੇ ਮਾਲਕ ਦੀ ਪਹਿਚਾਣ ਹੋ ਜਾਂਦੀ ਹੈ। ਬੜੇ ਡੀਪਲੀ ਅਰਥ ਸਮਝਿਓ, ਬੜੇ ਗਹਿਰਾਈ ਦੇ ਵਿੱਚ ਜਾ ਕੇ ਸਮਝਿਓ। ਦੇਖੋ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ, ਇਹਦਾ ਅਰਥ ਇਹ ਬਣਦਾ ਹੈ ਕਿ ਪ੍ਰਭੂ ਤੋਂ ਉਸ ਦੇ ਦਾਸ ਦੀ ਅਤੇ ਦਾਸ ਤੋਂ ਉਸ ਦੇ ਮਾਲਕ ਦੀ ਪਹਿਚਾਣ ਹੋ ਜਾਂਦੀ ਹੈ। ਜੇ ਕੋਈ ਇਨਸਾਨ ਪਰਮਾਤਮਾ ਦਾ ਨਾਮ ਜਪਦਾ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਤੇ ਲੋਕ ਕਹਿ ਨਹੀਂ ਦਿੰਦੇ ਇਹ ਕਿਸੇ ਚੰਡੇ ਹੋਏ ਗੁਰੂ ਦਾ ਸੇਵਾਦਾਰ ਹੈ, ਇਹਦਾ ਗੁਰੂ ਮਹਾਨ ਹੋਊਗਾ। ਬਈ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਜਿਨ੍ਹਾਂ ਦਾ ਬੰਦ ਕੱਟਿਆ ਗਿਆ, ਜਿਨ੍ਹਾਂ ਦਾ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 95 ਸਾਲ ਦੀ ਉਮਰ ਸੀ। ਕਈ ਇਤਿਹਾਸਕਾਰ 98 ਸਾਲ ਵੀ ਲਿਖਦੇ ਆ। ਹੁਣ ਉਹਨਾਂ ਦਾ ਗੁਰੂ ਕਿੰਨਾ ਮਹਾਨ ਸੀ ਕਹਿੰਦੇ ਨਾ ਹੋਣਗੇ। ਮੈਂ ਤੁਹਾਨੂੰ ਇੱਥੇ ਇੱਕ ਬੇਨਤੀ ਕਰ ਦਿੰਦਾ ਵਿੱਚ, ਜਦੋਂ ਕਿਹਾ ਨਾ ਇਹਦੇ ਬਜ਼ੁਰਗ ਦੇ ਬੰਦ ਕੱਟੇ ਜਾਣ, ਭਾਈ ਮਨੀ ਸਿੰਘ ਜੀ ਦੇ, ਜਲਾਦ ਹੱਥ ਰੱਖ ਕੇ ਨਾ ਭਾਈ ਮਨੀ ਸਿੰਘ ਜੀ ਦਾ ਲੱਕੜ ਦੇ ਉੱਤੇ, ਤੇ ਜਦੋਂ ਟੋਕਾ ਮਾਰਨ ਲੱਗਾ ਗੁੱਟ ਤੇ, ਤਾਂ ਭਾਈ ਮਨੀ ਸਿੰਘ ਜੀ ਨੇ ਇਹਦਾ ਹੱਥ ਫੜ ਲਿਆ ਜਲਾਦ ਦਾ। ਜਲਾਦ ਕਹਿੰਦਾ ਬਾਬਾ ਡਰ ਗਏ। ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ ਡਰਿਆ ਨਹੀਂ, ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਵੀ ਬੰਦ ਕੱਢਣਾ, ਤੇ ਬੰਦ ਆਹ ਪੋਟੇ ਤੋਂ ਸ਼ੁਰੂ ਹੁੰਦਾ ਹੈ, ਤੇ ਤੂੰ ਸਿੱਧਾ ਹੀ ਗੁੱਟ ਤੋਂ ਵੱਢ ਦੇਣ ਲੱਗਾ ਸੀ। ਪਹਿਲਾਂ ਕੱਲੀ ਉਂਗਲੀ ਦੇ ਪੋਟਿਆਂ ਤੋਂ ਮੈਨੂੰ ਵੱਢ, ਆਹ ਪੋਟਾ ਵੱਢ, ਫਿਰ ਆਹ ਪੋਟਾ ਵੱਢ, ਫਿਰ ਆਹ 3 ਟੋਟੇ ਇੱਕ ਉਂਗਲ ਦੇ ਕਰ, ਤੈਨੂੰ ਤੇਰੇ ਮਾਲਕ ਦਾ ਹੁਕਮ ਹੈ, ਤੇ ਤੂੰ ਸਿੱਧਾ ਹੀ ਗੁੱਟ ਵੱਢ ਦੇਣ ਲੱਗਾ। ਉੱਥੇ ਫਿਰ ਉਹ ਸੋਚਦੇ ਨਾ ਹੋਣਗੇ ਵੀ ਇਹਨਾਂ ਦਾ ਗੁਰੂ ਕਿੰਨਾ ਮਹਾਨ ਹੈ। ਸੇਵਕ ਦੇ ਨਾਲ ਗੁਰੂ ਦੀ ਪਹਿਚਾਣ ਹੈ। ਇੱਥੇ ਮੈਂ ਫਿਰ ਤੁਹਾਨੂੰ ਪੰਕਤੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਸੁਣਾ ਦਿੰਦਾ ਹੈ। ਪ੍ਰਭ ਤੇ ਜਨ ਜਾਨੀਜੈ, ਠੀਕ ਹੈ ਜੀ, ਜਨ ਤੇ ਸੁਆਮੀ। ਪ੍ਰਭੂ ਤੋਂ ਉਸ ਦੇ ਦਾਸ ਦੀ ਅਤੇ ਦਾਸ ਤੋਂ ਉਸ ਦੇ ਪ੍ਰਭੂ ਮਾਲਕ ਦੀ ਪਹਿਚਾਣ ਹੋ ਜਾਂਦੀ ਹੈ। ਜਦੋਂ ਕਿਹਾ ਵੀ ਮੇਰੇ ਟੋਕਾ ਹੱਥ ਤੇ ਮਾਰੋ, ਇੱਥੋਂ ਉਂਗਲੀ ਤੋਂ ਸ਼ੁਰੂ ਕਰੋ, ਗੁੱਟ ਨਹੀਂ ਵੱਢਣਾ, ਪੋਟੇ ਤੋਂ ਸ਼ੁਰੂ ਕਰ, ਬੰਦ ਕੱਟ, ਫਿਰ ਉਹ ਸੋਚਦੇ ਸੀ ਜਲਾਦ ਵੀ ਇਹਨਾਂ ਦਾ ਗੁਰੂ ਕਿੱਡਾ ਮਹਾਨ ਹੈ। ਲੋਕ ਮਰਨ ਤੋਂ ਡਰਦੇ ਨੇ, ਆਵਾਜ਼ਾਂ ਮਾਰਦੇ ਨੇ। ਠੀਕ ਹੈ ਜੀ, ਮੈਂ ਕੋਸ਼ਿਸ਼ ਕਰ ਰਿਹਾ ਵੀ ਆਪਾਂ ਟਾਈਮ ਦੇ ਵਿੱਚ ਰਹਿ ਕੇ ਕਵਰ ਕਰਨਾ, ਕਿਉਂਕਿ ਫਿਰ ਬਹੁਤੀ ਲੰਬੀ ਵੀਡੀਓ ਹੋਵੇ ਫਿਰ ਬਾਅਦ 'ਚ ਦੇਖਦਾ ਵੀ ਕੋਈ ਨਹੀਂ। ਸੰਖੇਪ ਜਿਹਾ ਅਰਥ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਇਹਨਾਂ ਦਾ ਗੁਰੂ ਕਿੱਡਾ ਮਹਾਨ ਹੈ ਵੀ ਇਹ ਕਹਿੰਦਾ ਗੁੱਟ ਤੋਂ ਨਹੀਂ ਕੱਟਣਾ, ਸਿੱਧਾ ਪੋਟੇ ਤੋਂ ਕੱਟ। ਤੇ ਸਿੱਖ ਦੇ ਅੰਦਰ ਜਜ਼ਬਾ ਕਿੰਨਾ, ਗੁਰੂ ਦਾ ਕਰਕੇ ਸਿੱਖ ਜਾਣਿਆ ਗਿਆ, ਤੇ ਸਿੱਖ ਕਰਕੇ ਗੁਰੂ ਜਾਣਿਆ ਗਿਆ ਵੀ ਸਿੱਖ ਏਡਾ ਸਿਰੜੀ, ਇਹਦਾ ਗੁਰੂ ਕਿੱਡਾ ਮਹਾਨ ਹੈ। ਸੋ ਇਹ ਮਹਾਰਾਜ ਇੱਥੇ ਬਚਨ ਕਰ ਰਹੇ ਨੇ। ਸਰੀਰ ਆਰਾਧ ਹੈ
ਮੋਕੋ ਵਿਚਾਰ ਦੇਹੂ। ਅੱਗੇ ਬਚਨ ਕਰਦੇ ਨੇ, ਹੇ ਪ੍ਰਭੂ ਮੈਨੂੰ ਇਹ ਗਿਆਨ ਦਿਓ ਕਿ ਜਦ ਤੱਕ ਮੇਰਾ ਸਰੀਰ ਹੈ ਤਦ ਤੱਕ ਮੈਂ ਤੇਰਾ ਨਾਮ ਸਿਮਰਨ ਕਰਦਾ ਰਹਾਂ। ਸਰੀਰ ਅਰਧ ਹੈ, ਇਹ ਮੇਰੇ ਪ੍ਰਮਾਤਮਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਮੋਕੋ ਵਿਚਾਰ ਦੇਹੂ, ਜਿੰਨਾ ਚਿਰ ਮੇਰਾ ਸਰੀਰ ਹੈ, ਜਿੰਨਾ ਚਿਰ ਮੇਰੇ ਸਰੀਰ 'ਚ ਸਾਹ ਨੇ, ਜਿੰਨਾ ਚਿਰ ਮੇਰੇ ਸਰੀਰ 'ਚ ਜਾਨ ਹੈ, ਮੇਰੇ ਪ੍ਰਾਣ ਨੇ, ਮੇਰੇ ਤੇ ਐਸੀ ਕਿਰਪਾ ਕਰ ਮੈਂ ਤੇਰਾ ਨਾਮ ਸਦਾ ਜਪਦਾ ਰਵਾਂ ਜਿੰਨਾ ਚਿਰ ਮੇਰੇ ਅੰਦਰ ਸਵਾਸ ਨੇ, ਮੇਰੇ ਅੰਦਰ ਰੂਹ ਹੈ। ਅਖੀਰਲੀ ਪੰਗਤੀ 'ਚ ਮਹਾਰਾਜ ਬਚਨ ਕਰਦੇ ਨੇ, ਰਵਿਦਾਸ ਸਮਦਲ ਸਮਝਾਵੇ ਕੋਊ। ਸਤਿਗੁਰ ਰਵਿਦਾਸ ਜੀ ਕਥਨ ਕਰਦੇ ਹੈ, ਹੇ ਪ੍ਰਮਾਤਮਾ ਮੇਰੀ ਇਹ ਇੱਛਾ ਹੈ ਕਿ ਕੋਈ ਮਹਾਂਪੁਰਖ ਆ ਕੇ ਮੈਨੂੰ ਇਹ ਗਿਆਨ ਦੇ ਦੇਵੇ ਕਿ ਤੂੰ ਸਭਨੀ ਥਾਈਂ ਮੌਜੂਦ ਹੈ। ਰਵਿਦਾਸ ਸਮਦਲ ਸਮਝਾਵੇ ਕੋਊ, ਕੋਈ ਰੱਬ ਦਾ ਪਿਆਰਾ, ਕੋਈ ਗੁਰਮੁਖ ਜਾਣੇ ਮੈਨੂੰ ਸਮਝਾ ਦੇਵੇ ਕਿ ਮੇਰਾ ਪ੍ਰਮਾਤਮਾ, ਮੇਰਾ ਅਕਾਲ ਪੁਰਖ ਸਾਰੇ ਥਾਈਂ ਮੌਜੂਦ ਹੈ। ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਮੈਨੂੰ ਸੰਗਤ ਹੋਵੇ। ਮੰਗ ਕੀਤੀ ਹੈ ਰਵਿਦਾਸ ਮਹਾਰਾਜ ਨੇ ਅਕਾਲ ਪੁਰਖ ਕੋਲੋਂ ਕਿ ਕੋਈ ਗੁਰਮੁਖ ਪਿਆਰੇ, ਆਪਾਂ ਵੀ ਰੋਜ਼ ਅਰਦਾਸ ਦੇ ਅਖੀਰ 'ਚ ਕਹਿੰਦੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਵੀ ਇੱਦਾਂ ਦੇ ਪਿਆਰੇ, ਇੱਦਾਂ ਦੇ ਪ੍ਰਭੂ ਦੇ ਪ੍ਰੇਮੀ ਮਿਲਾ, ਜਿਨ੍ਹਾਂ ਨੂੰ ਮਿਲ ਕੇ, ਜਿਨ੍ਹਾਂ ਦੀ ਸੰਗਤ ਕਰਕੇ ਇਹ ਅਕਾਲ ਪੁਰਖ ਤੁਹਾਡਾ ਨਾਮ ਸਾਨੂੰ ਹਮੇਸ਼ਾ ਚੇਤੇ ਆਉਂਦਾ ਰਹੇ। ਤੋਂ ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਇਹ ਬਚਨ ਸਾਨੂੰ ਸਮਝਾ ਰਹੇ ਨੇ। ਉਹ ਕਹਿ ਰਹੇ ਨੇ, ਭਾਈ ਰਵਿਦਾਸ ਸਮਦਲ ਸਮਝਾਵੇ ਕੋਊ, ਸਾਨੂੰ ਕੋਈ ਮਹਾਂਪੁਰਸ਼ ਦੀ ਸੰਗਤ ਮਿਲੇ, ਗੁਰਮੁਖ ਦੀ ਸੰਗਤ ਮਿਲੇ, ਜਿਹੜਾ ਗੁਰੂ ਦੀ ਬਾਬਤ ਸਮਝਾ ਦੇਵੇ ਕਿ ਤੇਰਾ ਗੁਰੂ, ਤੇਰਾ ਪ੍ਰਮਾਤਮਾ, ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਹ ਹਰ ਇੱਕ ਜਗ੍ਹਾ, ਹਰ ਇੱਕ ਥਾਂ ਮੌਜੂਦ ਹੈ। ਤੂੰ ਉਹਦੇ ਤੋਂ ਕਦੇ ਲੁਕਿਆ ਨਹੀਂ, ਉਹ ਤੇਰੇ ਤੋਂ ਕਦੇ ਲੁਕਿਆ ਨਹੀਂ। ਬਸ ਦੋ ਕਾਲੰਗ ਪਰਨਾਸੀ ਦੇ ਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਉਹ ਤੇਰੇ ਅੰਗ ਸੰਗ ਹੈ, ਤੈਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ, ਤੈਨੂੰ ਇਹ ਜਾਣਨ ਦੀ ਲੋੜ ਹੈ ਵੀ ਮੇਰਾ ਪ੍ਰਮਾਤਮਾ, ਮੇਰਾ ਅਕਾਲ ਪੁਰਖ ਸਦਾ ਹੀ ਮੇਰੇ ਕੋਲ ਹੈ, ਸਦਾ ਮੇਰੇ ਨਾਲ ਹੈ। ਜਦੋਂ ਇਹ ਗੱਲ ਤੂੰ ਸਮਝ ਜਾਏਗਾ, ਉਸ ਵੇਲੇ ਤੈਨੂੰ ਇਹ ਲੱਭਣ ਜਾਣ ਦੀ ਲੋੜ ਨਹੀਂ ਪਊਗੀ ਵੀ ਪ੍ਰਮਾਤਮਾ ਕਿਤੇ ਜੰਗਲਾਂ 'ਚ ਹੈ, ਪ੍ਰਮਾਤਮਾ ਕਿਤੇ ਬਾਹਰ ਰਹਿੰਦਾ ਹੈ, ਪ੍ਰਮਾਤਮਾ ਕਿਤੇ ਦੂਜੀ ਤੀਜੀ ਜਗ੍ਹਾ 'ਤੇ ਰਹਿੰਦਾ ਹੈ। ਇੱਦਾਂ ਦਾ ਫਿਰ ਕੋਈ ਵੀ ਮਾਰੇ ਕਹਿੰਦੇ ਤੇਰੇ ਅੰਦਰ ਭੁਲੇਖਾ ਨਹੀਂ ਰਹੂਗਾ ਕਿ ਪ੍ਰਮਾਤਮਾ ਤੇਰੇ ਵਿੱਚ ਹੈ ਜਾਂ ਤੇਰੇ ਤੋਂ ਦੂਰ ਹੈ। ਜਦੋਂ ਘਟ ਘਟ ਮੇ ਹਰ ਜੂ ਬਸੇ, ਸੰਤਨ ਕਹਿਓ ਪੁਕਾਰ, ਇਹ ਅਵਸਥਾ ਜਦੋਂ ਬਣ ਜਾਏਗੀ ਤੇ ਮਹਾਰਾਜ ਕਹਿੰਦੇ ਫਿਰ ਭਾਈ ਤੁਹਾਡੇ ਅੰਦਰ ਉਸ ਪ੍ਰਮਾਤਮਾ ਦਾ, ਅਕਾਲ ਪੁਰਖ ਦਾ ਪ੍ਰੇਮ, ਉਹਦੀ ਭਗਤੀ, ਉਹਦਾ ਗਿਆਨ ਸਦਾ ਵਾਸਤੇ ਤੁਹਾਡੇ ਅੰਦਰ ਜਿਹੜਾ ਉਹ ਘਰ ਕਰ ਜਾਊਗਾ। ਸੋ ਅੱਜ ਦਾ ਇਹ ਸ਼੍ਰੀ ਰਾਗ ਦੇ ਵਿੱਚ ਸਤਿਗੁਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ 93 ਅੰਗ ਤੋਂ ਸ਼੍ਰੋਮਣੀ ਭਗਤ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਹਿਲਾ ਸ਼ਬਦ ਤੁੱਛ ਬੁੱਧੀ ਨਾਲ ਤੁਹਾਡੇ ਨਾਲ ਅਰਥਾਂ ਸਮੇਤ ਸਾਂਝ ਪਾਈ ਹੈ। ਮਹਾਰਾਜ ਕਿਰਪਾ ਕਰਨ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਸੰਗਤ ਦੀਆਂ ਸੇਵਾਵਾਂ ਦਾਸ ਪਾਸੋਂ ਮਹਾਰਾਜ ਲੈਂਦੇ ਰਹਿਣ। ਬੋਲਦੇ ਹਾਂ, ਵਿਚਾਰਾਂ ਕਰਦੇ ਹਾਂ, ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ। ਅਣਜਾਣ ਬੱਚੇ ਸਮਝ ਕੇ ਗੁਰੂ ਸਾਹਿਬ, ਗੁਰੂ ਜੀ ਕੀ ਸੰਗਤ ਬਖਸ਼ ਲੈਣਾ। ਅਤੇ ਆਉਣ ਵਾਲੇ ਦਿਨਾਂ 'ਚ ਵੀ ਰੋਜ਼ਾਨਾ ਸ਼ਾਮ ਨੂੰ 8:30 ਵਜੇ ਇਸੇ ਫੇਸਬੁੱਕ ਪੇਜ ਰਾਹੀਂ ਔਰ YouTube ਚੈਨਲ ਗੁਰ TV, ਕੱਲ੍ਹ ਮੈਂ ਦਿਖਾ ਲਿਆ ਸੀ ਆਪ ਜੀ ਨੂੰ, ਖੰਡੇ ਦਾ ਲੋਗੋ ਹੈ ਉਹਦੇ 'ਤੇ, ਗੁਰ TV, GUR TV, ਗੁਰ TV। ਉਹਦੇ 'ਤੇ ਵੀ ਇਹ ਅਰਥ ਜਿਹੜੇ ਆ ਤੁਹਾਨੂੰ ਚੈਨਲ 'ਤੇ ਇਹ ਸ਼ਬਦ ਦੀ ਕਥਾ ਜਿਹੜੀ ਉਹ ਮਿਲਦੀ ਰਹੇਗੀ। ਅਤੇ ਮੈਂ ਇੰਨੀ ਕਿ ਤੁਹਾਨੂੰ ਬੇਨਤੀ ਜ਼ਰੂਰ ਕਰਦੇ ਹਾਂ, ਕੋਈ ਮੇਰਾ ਵੀਰ ਭਰਾ, ਕੋਈ ਮੇਰਾ ਭੈਣ ਭਰਾ ਇਹ ਸ਼ੰਕਾ ਨਾ ਕਰੇ ਵੀ ਖਬਰੇ ਕੁਰਸੀ 'ਤੇ ਬੈਠ ਕੇ ਮੈਂ ਉੱਦਾਂ ਹੀ ਤੁਹਾਡੇ ਨਾਲ ਅਰਥ ਕਰੀ ਜਾਂਦਾ। ਬਕਾਇਦਾ ਮੇਰੇ ਕੋਲ ਪੋਥੀ ਸਾਹਿਬ ਹੈ ਜਿਹਦੇ ਤੋਂ ਮੈਂ ਬਾਣੀ ਦੀ ਪੰਗਤੀ ਦੇਖ ਕੇ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾ ਰਿਹਾ, ਕਿਉਂਕਿ ਕੋਈ ਵੀ ਲਗ ਮਾਤਰ ਦਾ ਫਰਕ ਨਾ ਪਵੇ। ਕੋਸ਼ਿਸ਼ ਕਰਨੀ ਚਾਹੀਦੀ ਹੈ, ਗੁਰੂ ਸਾਹਿਬ ਰਹਿਮਤ ਕਰਨ। ਅਤੇ ਚੌਂਕੜਾ ਲੱਗਾ ਹੋਇਆ ਸਤਿਕਾਰ ਦੇ ਨਾਲ, ਮਰਜ਼ਾਦਾ ਦੇ ਵਿੱਚ ਹੀ ਆਪ ਜੀ ਦੇ ਨਾਲ ਮੈਂ ਵਿਚਾਰ ਕਰ ਰਿਹਾ, ਕਿਉਂਕਿ ਕਈ ਤਰ੍ਹਾਂ ਦੇ ਸਵਾਲ ਮਨ 'ਚ ਆ ਜਾਂਦੇ ਆ, ਇਸ ਕਰਕੇ ਮੈਂ ਸਪਸ਼ਟ ਕਰ ਰਿਹਾ। ਸੋ ਕੱਲ੍ਹ ਰਾਤ ਨੂੰ ਫਿਰ 8:30 ਵਜੇ ਆਪਾਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਗਲੇ ਸ਼ਬਦ ਦੇ ਨਾਲ ਦੂਸਰੇ ਸ਼ਬਦ ਦੀ ਕਥਾ ਕੱਲ੍ਹ ਨੂੰ ਆਪਾਂ ਸ਼ਾਮ ਨੂੰ 8:30 ਵਜੇ ਫਿਰ ਕਰਾਂਗੇ ਜੀ। ਸੋ ਸਾਰੀਆਂ ਸੰਗਤਾਂ ਜ਼ਰੂਰ ਆਪਣੇ ਕੰਮਾਂ ਕਾਰਾਂ ਤੋਂ ਵਿਹਲ ਪਾ ਕੇ
ਰੋਜ਼ਾਨਾ ਸ਼ਾਮ ਨੂੰ 8:30 ਵਜੇ ਇਸੇ ਫੇਸਬੁੱਕ ਪੇਜ 'ਤੇ, ਜਿੱਥੇ ਹੁਣ ਤੁਸੀਂ ਹੁਣ ਲਾਈਵ ਦੇਖ ਰਹੇ ਹੋ, ਇਹਦੇ 'ਤੇ ਹੀ ਰੋਜ਼ ਗੁਰਬਾਣੀ ਦੀ ਜਿਹੜੀ ਸ਼ਬਦਾਂ ਦੀ ਕਥਾ ਹੈ ਉਹ ਸਰਵਣ ਕਰ ਸਕਦੇ ਹੋ। ਅਤੇ ਅੱਗੇ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਇਹ ਮੇਰੀ ਤੁਹਾਨੂੰ ਬੇਨਤੀ ਹੈ। ਕਿਉਂਕਿ ਕਈ ਵਾਰੀ ਸੰਗਤ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਇੱਛਾ ਹੁੰਦੀ ਹੈ ਕਿ ਗੁਰਬਾਣੀ ਦੀ ਕਥਾ, ਗੁਰਬਾਣੀ ਦੇ ਸ਼ਬਦ ਦੀ ਕਥਾ, ਗੁਰਬਾਣੀ ਦਾ ਗਿਆਨ ਜਿਹੜਾ ਉਹ ਸਾਡੇ ਤੱਕ ਪਹੁੰਚੇ। ਅਤੇ ਮੈਂ ਇਹ ਵੀ ਬੇਨਤੀ ਕਰਦਾ ਵੀ ਜੇ ਤੁਹਾਡਾ ਕਿਸੇ ਦਾ ਮਨ ਨਹੀਂ ਕਰਦਾ ਸੁਣਨ ਨੂੰ, ਤੁਸੀਂ ਸ਼ੇਅਰ ਕਰ ਦਿਓ ਆਪਣੀ ਫੇਸਬੁੱਕ 'ਤੇ। ਤੁਹਾਡਾ ਇਹੀ ਯੋਗਦਾਨ ਹੋ ਜਾਊਗਾ ਵੀ ਤੁਸੀਂ ਤਾਂ ਨਹੀਂ ਸੁਣਿਆ, ਜੇ ਸੁਣਿਆ ਤਾਂ ਬਹੁਤ ਚੰਗੀ ਗੱਲ ਹੈ, ਮੈਂ ਕਹਿੰਦਾ ਸਾਰੇ ਸੁਣੋ। ਪਰ ਜੇ ਕਿਸੇ ਦਾ ਮਨ ਨਹੀਂ ਕਰਦਾ ਵੀ ਪਤਾ ਨਹੀਂ ਕੀ ਲਾਈਵ ਹੋ ਕੇ ਗੱਲਾਂ ਕਰਦੇ ਨੇ, ਅਤੇ ਤੁਸੀਂ ਉੱਦਾਂ ਆਪਣੀ ਵਾਲ 'ਤੇ ਆਪਣੇ ਗਰੁੱਪਾਂ 'ਚ ਫੇਸਬੁੱਕ ਦਿਆਂ 'ਚ ਸ਼ੇਅਰ ਕਰ ਦਿਆ ਕਰੋ ਗਾਂਹ ਤੋਂ ਗਾਂਹ, ਤਾਂ ਕਿ ਕੋਈ ਹੋਰ ਰੱਬ ਦਾ ਪਿਆਰਾ ਜਿਹੜਾ ਉਹ ਜੁੜ ਸਕੇ, ਉਹ ਗੁਰੂ ਦੀ ਗੱਲ ਨੂੰ ਸੁਣ ਸਕੇ। ਅਤੇ ਵਿੱਚ ਇੱਕ ਸਵਾਲ ਆਇਆ ਸੀ ਜੀ ਕਿ ਜਿਹੜੇ ਨਾਲ ਸਾਡੇ ਮੇਰੇ ਬਜ਼ੁਰਗ ਹੁੰਦੇ ਜਥੇ ਦੇ, ਉਹ ਕਿੱਥੇ ਨੇ ਅੱਜ ਕੱਲ੍ਹ? ਉਹ ਆਪਣੇ ਮੇਰੇ ਨਾਲ ਦਾ ਨਗਰ ਹੈ ਜੀ ਉਹਨਾਂ ਦਾ, ਉਹ ਆਪਣੇ ਨਗਰ 'ਚ ਹੀ ਹੁੰਦੇ ਨੇ, ਆਪਣੇ ਘਰ 'ਚ ਹੀ ਹੁੰਦੇ ਨੇ, ਸਮਾਗਮਾਂ 'ਤੇ ਅਸੀਂ ਇਕੱਠੇ ਜਾਈਦਾ। ਸੋ ਆ ਫਿਰ ਸ਼ਾਮ ਦਾ ਟਾਈਮ ਤਾਂ ਚੁਣਿਆ ਕਿਉਂਕਿ ਸੰਗਤ ਦੇ ਨਾਲ ਵਿਚਾਰ ਹੋਈ ਸੀ ਕਿ ਆਪਾਂ ਕਿਹੜਾ ਸਮਾਂ ਜਿਹੜਾ ਹੈ ਉਹ ਰੱਖੀਏ ਤਾਂ ਕਿ ਸਾਰੀ ਸੰਗਤ ਨੂੰ ਜਿਹੜਾ ਇਹਦਾ ਫਾਇਦਾ ਹੋ ਸਕੇ। ਅਤੇ ਕਿਸੇ ਸੰਗਤ ਨਾਲ ਇਹ ਨਾ ਹੋਵੇ ਵੀ ਸਾਡੇ ਕੋਲ ਸਮਾਂ ਨਹੀਂ। ਬਾਕੀ ਜਿਹੜੀਆਂ ਸੰਗਤਾਂ ਨਾਲ ਦੇਖ ਰਹੀਆਂ ਉਹਨਾਂ ਦਾ ਧੰਨਵਾਦ, ਜਿਹੜੀਆਂ ਸੰਗਤਾਂ ਬਾਅਦ ਵਿੱਚ ਦੇਖਣਗੀਆਂ ਉਹ ਇਸ ਬੇਨਤੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕੋਈ ਹੋਰ ਜਿਹੜੀ ਸੰਗਤ ਹੈ ਉਹ ਵੀ ਜੁੜ ਸਕੇ, ਉਹ ਵੀ ਰੋਜ਼ ਤੋਂ ਰੋਜ਼ ਲਾਹਾ ਲੈਣ ਦਾ ਯਤਨ ਕਰ ਸਕੇ। ਸੋ ਆਪਾਂ ਅੱਧੇ ਕੁ ਘੰਟੇ ਦੀ ਬੇਨਤੀ ਜਿਹੜੀ ਆ ਰੋਜ਼ ਲਾਈਵ ਦੀ ਜਿਹੜੀ ਆਪਾਂ ਕਰ ਲਿਆ ਕਰਾਂਗੇ। ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤਕਰੀਬਨ 26-27 ਮਿੰਟ ਦੀ ਅੱਜ ਲਾਈਵ ਦੀ ਵੀਡੀਓ ਹੋ ਗਈ ਪਹਿਲੇ ਸ਼ਬਦ ਦੀ। ਤੋ ਯਤਨ ਕਰੋ, ਗੁਰਬਾਣੀ ਦੇ ਨਾਲ ਜੁੜੋ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੋ, ਨਿਤਨੇਮ ਕਰੋ, ਆਪੋ ਆਪਣੇ ਧਰਮ ਅਨੁਸਾਰ ਗੁਰਬਾਣੀ ਨਾਲ ਜੁੜੋ ਅਤੇ ਮਨ ਦੀ ਇਕਾਗਰਤਾ ਬਣਾਓ। ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਆਓ ਰਲ ਕੇ 5 ਵਾਰੀ ਮੂਲ ਮੰਤਰ ਦਾ ਜਾਪ ਨਾਲ ਨਾਲ ਸੰਗਤ ਜ਼ਰੂਰ ਕਰੇ। ਫਿਰ ਆਪਾਂ ਸਮਾਪਤੀ ਕਰਦੇ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਧੰਨਵਾਦ। ਸ਼ੇਅਰ ਕਰ ਦਿਓ, ਹੋਰ ਸੰਗਤਾਂ ਤੱਕ ਬੇਨਤੀ ਪਹੁੰਚ ਜੇ, ਸ਼ਬਦ ਦੀ ਕਥਾ ਪਹੁੰਚ ਜੇ। ਕੱਲ੍ਹ ਸ਼ਾਮ ਨੂੰ 8:30 ਵਜੇ ਫਿਰ ਦੁਬਾਰਾ ਲਾਈਵ ਦੇ ਵਿੱਚ ਅਗਲੇ ਸ਼ਬਦ ਦੀ ਕਥਾ ਦੇ ਨਾਲ ਸਾਰੇ ਮਿਲਾਂਗੇ ਜੀ। ਆਸ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਕਰਤਾਰ।